ਸਾਡਾ ਮੇਨ ਮੁੱਦਾ ਸੀਗਾ ਵੀ ਵਰ ਅ ਸਿਟੀ ਸੈਂਸ ਸੂਏਜ। ਪਿੰਡਾਂ 'ਚ ਤਾਂ ਖੈਰ ਤੁਸੀਂ ਸੋਚ ਹੀ ਨਹੀਂ ਸਕਦੇ, ਨੁਹਾਰ ਹੀ ਬਦਲੀ ਗਈ ਹੈ। ਪਿੰਡ ਸਾਡੇ ਪਿੰਡਾਂ ਵਰਗੇ ਲੱਗਦੇ ਹੀ ਨਹੀਂ। ਜੇ ਕਿੱਕੀ ਜੀ ਨੇ ਇਹੋ ਜਿਹੇ ਕੰਮਾਂ ਨੂੰ ਹੱਥ ਪਾਇਆ ਜਿਹੜੇ ਕੰਮ ਅੱਜ ਤਾਈਂ ਕਿਸੇ ਨੁਮਾਇੰਦੇ ਨੇ ਜਾਂ ਕਿਸੇ ਪਾਰਟੀ ਨੇ ਨਹੀਂ ਸੋਚੇ ਸੀ, ਤੇ ਆਟੋਮੈਟਿਕਲੀ ਉਮੀਦ ਵੱਧਦੀ ਹੈ। ਉਮੀਦ ਉਸੇ ਇਨਸਾਨ ਤੋਂ ਵੱਧਦੀ ਹੈ ਜਿਹਨੇ ਕੰਮ ਕੀਤੇ ਹੈ। ਇਹ ਹੁਣ ਅਗਲੀ ਉਮੀਦ, ਕਿਉਂਕਿ ਅਸੀਂ ਆਪ ਹੀ ਕਹਿੰਦੇ ਹਾਂ ਕਿੱਕੀ ਜੀ ਦੇ ਫਰੀਦਕੋਟ ਵਾਸਤੇ ਅਰਮਾਨ ਬਹੁਤ ਨੇ। ਕੀ ਲੱਗਦਾ ਹੈ ਕਿ ਮੁੱਦੇ ਕਿਉਂ ਨਹੀਂ ਹੱਲ ਹੁੰਦੇ? ਹਰ ਇਲੈਕਸ਼ਨਸ ਦੇ ਵਿੱਚ ਟੌਪ ਤੇ ਮੁੱਦੇ ਕਿਉਂ ਰਹਿੰਦੇ ਹੈ? ਬੇਰੁਜ਼ਗਾਰੀ ਕਿਉਂ ਸਭ ਤੋਂ ਅੱਗੇ ਆਉਂਦੀ ਹੈ? ਡਰੱਗ ਦੀ ਗੱਲ ਕਿਉਂ ਅੱਗੇ ਆਉਂਦੀ ਹੈ? ਇਟਸ ਓਵਰ 600 ਪਲੱਸ ਯੂਥ ਜਿਨ੍ਹਾਂ ਨੂੰ ਅਸੀਂ ਦਿੱਤੇ। ਪਿੰਡਾਂ 'ਚ ਬੜੇ ਬੱਚਿਆਂ ਨੂੰ, ਲੇਡੀਜ਼ ਨੂੰ ਇੰਪਲੋਇਮੈਂਟ ਮਿਲੀ ਹੈ। ਬੜੇ ਲੋਕ ਇਹੋ ਜਿਹੇ ਫੜ ਕੇ ਜੇਲ੍ਹਾਂ 'ਚ ਦਿੱਤੇ ਗਏ ਨੇ। ਹਜੇ ਵੀ ਸਾਨੂੰ ਪਤਾ ਲੱਗਦਾ ਹੈ ਵਿੱਚੋਂ ਹੀ ਲੋਕ ਹੁੰਦੇ ਸੀ ਕਿ ਜਿਹੜਾ ਅੱਡਾ ਹੁੰਦਾ ਸੀ ਜਿੱਥੋਂ ਮਿਲਦੇ ਸੀ ਡਰੱਗਸ, ਉਹਦੇ ਇਨਫੋਰਮ ਕਰਦੇ ਸੀ, ਉਹ ਛੱਡ ਕੇ ਆਪਣਾ ਅੱਡਾ ਕਲੀਅਰ ਕਰਦੇ ਸੀ। 2-2, 3-3 ਵਾਰ ਵੀ ਛਾਪੇ ਮਾਰਨ ਤੇ ਨਹੀਂ ਫੜੇਗੇ, ਬਟ ਉਹ ਹਜੇ ਵੀ ਦੇ ਆਰ ਅੰਡਰ ਸਕੈਨਰ। ਜਿੱਦਣ ਉਹਨਾਂ ਦੇ ਹੱਥ ਪੈ ਗਏ ਉਹ ਬਚਣੇ ਨਹੀਂ ਹੈ। ਟੁੱਟੀਆਂ ਸੜਕਾਂ ਨਹੀਂ, ਆਈ ਵਿਲ ਕਰੈਕਟ ਯੂ, ਹੈ ਇਨਕੰਪਲੀਟ। ਨਹੀਂ, ਇਹ ਮੈਂ ਨਹੀਂ ਕਹਿ ਰਿਹਾ, ਇਹ ਵੀਡੀਓ ਦੇ ਵਿੱਚ ਕਿਹਾ ਜਾਵੇ। ਵੀਡੀਓ ਵਿੱਚ ਕੌਣ ਕਹਿ ਰਿਹਾ? ਵਿਰੋਧੀ ਧਿਰ। 6-8 ਮਹੀਨੇ ਜਦੋਂ ਮਿੱਟੀ ਪਈ ਹੈ, ਇੰਟਰਲੌਕ ਟਾਈਲਿੰਗ ਜਾਂ ਸੜਕ ਪੱਕੀ ਨਹੀਂ ਹੋਈ, ਇਟ ਟੇਕਸ ਦਾ ਟਾਈਮ ਨਾ। ਉਹ ਉਹੋ ਜਿਹੀ ਸੜਕ ਤੇ ਚਲੇ ਜਾਂਦੇ। ਜਿਹੜੀ ਨਾਲ ਵਾਲੀ ਗਲੀ ਪੱਕੀ ਹੈ ਬਣੀ, ਉਹ ਤੇ ਨਹੀਂ ਦਿਖਾਉਂਦੇ, ਸਾਈਡ ਤੇ ਦਿਖਾਉਂਦੇ। ਦੇਖੋ, ਜਦੋਂ ਤੁਹਾਡੇ ਕੋਲ ਕੋਈ ਮੁੱਦਾ ਹੀ ਹੋਣਾ ਨਹੀਂ ਤਾਂ ਤੁਸੀਂ ਤਾਂ ਬਾਕੀਆਂ ਦੇ 'ਚ ਕਸੂਰ ਹੀ ਲੱਭਣੇ ਨੇ। ਮੈਂ ਤਾਂ ਅਕਸਰ ਇਹੀ ਗੁਜ਼ਾਰਿਸ਼ ਕਰਦੀ ਹਾਂ ਆਪਣੇ ਕੈਂਡੀਡੇਟਸ ਨੂੰ, ਤੋਲ ਕੇ, ਨਾਪ ਤੋਲ ਕੇ ਤੁਸੀਂ ਵੋਟ ਪਾਉਣੀ ਹੈ। ਉਹਨਾਂ ਦੇ ਲੀਡਰ ਤੋਂ ਇਹੋ ਜਿਹੀਆਂ ਕਤਾਈਆਂ ਹੋਈਆਂ, ਹਿੰਮਤ ਨਹੀਂ ਹੋਈ ਉਹਨਾਂ ਦੇ ਲੀਡਰ ਬਦਲਣ ਦੀ। ਠੀਕ ਹੈ, ਰੁਲਦੇ ਖੁਲਦੇ ਫਾਦਰ ਤੋਂ ਬੇਟਾ, ਬੇਟੇ ਤੋਂ ਸਾਲਾ ਇੱਕ ਦੂਜੇ ਨੂੰ ਪ੍ਰਪੋਜ਼ ਕਰ ਦਿੰਦੇ, ਪਰ ਲੀਡਰ ਨਹੀਂ ਬਦਲਦੇ। ਕੈਪਟਨ ਸਾਹਿਬ ਨੇ ਤੁਹਾਨੂੰ ਭਾਜਪਾ ਨਾਲ ਹੱਥ ਮਿਲਾ ਲਿਆ, ਫਿਰ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਹੱਥ ਮਿਲਾਇਆ ਕਿਤੇ ਕੰਮ ਆਊ ਪੰਜਾਬ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। 2022 ਦੀਆਂ ਵਿਧਾਨ ਸਭਾ ਪੰਜਾਬ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੋਇਆ। ਹਰ ਕੋਈ ਚੋਣ ਨਿਸ਼ਾਨ ਨੂੰ ਲੈ ਕੇ ਲੋਕਾਂ ਦੇ ਘਰ ਜਾ ਰਿਹਾ ਹੈ ਤੇ ਲੋਕ ਉਹਨਾਂ ਨੂੰ ਆਪਣੀ ਮੁਸੀਬਤਾਂ ਦੱਸ ਰਹੇ ਨੇ। ਕਿਸ ਤਰੀਕੇ ਦੇ ਨਾਲ ਉਮੀਦਵਾਰ ਆਪਣੇ ਆਪਣੇ ਹਲਕੇ ਦੇ ਲੋਕਾਂ ਦੀ ਮੁਸੀਬਤਾਂ ਨੂੰ ਸੁਣ ਰਹੇ ਨੇ ਤੇ ਉਹਨਾਂ ਦਾ ਹੱਲ ਕਰਨ ਦੇ ਕਿੰਨੇ ਕੁ ਦਾਅਵੇ ਕਰ ਰਹੇ ਨੇ, ਇਹ ਹੁਣ ਦੇਖਣ ਯੋਗ ਹੈ। 20 ਫਰਵਰੀ 2022 ਨੂੰ ਵੋਟਾਂ ਪੈ ਜਾਣਗੀਆਂ। ਇੱਕ ਲੰਬੀ ਫਹਿਰਿਸਤ ਲੋਕਾਂ ਦੀ ਤਿਆਰ ਹੁੰਦੀ ਹੈ ਜਿਸ ਦੇ ਵਿੱਚ ਉਹ ਆਪਣੀਆਂ ਮੁਸੀਬਤਾਂ ਦੱਸਦੇ ਨੇ। ਕਈ ਵਾਰ ਐਮਐਲਏ ਸਾਹਿਬ ਜਾਂ ਉਮੀਦਵਾਰ ਆਪ ਜਾ ਕੇ ਸੁਣਦੇ ਨੇ ਤੇ ਕਈ ਵਾਰ ਦੇਖਣ ਨੂੰ ਇਹ ਵੀ ਆਉਂਦਾ ਹੈ ਕਿ ਜਿਹੜਾ ਉਮੀਦਵਾਰ ਹੁੰਦਾ ਉਸਦੇ ਪਰਿਵਾਰਕ ਮੈਂਬਰ ਵੀ ਲੋਕਾਂ ਦੇ ਘਰ ਘਰ ਜਾ ਕੇ ਉਹਨਾਂ ਦੀ ਮੁਸੀਬਤਾਂ ਨੂੰ ਸੁਣਦੇ ਨੇ। ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਹਲਕਾ ਫਰੀਦਕੋਟ ਦੇ ਵਿੱਚ। ਸੋ ਫਰੀਦਕੋਟ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਦੇ ਜਿਹੜੇ ਸਿਟਿੰਗ ਐਮਐਲਏ ਤੇ ਉਮੀਦਵਾਰ ਨੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਉਹਨਾਂ ਦੀ ਵਾਈਫ ਅਮਨਜੋਤ ਕੌਰ ਢਿੱਲੋਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ। ਉਹਨਾਂ ਦੀਆਂ ਮੁਸੀਬਤਾਂ ਨੂੰ ਸੁਣ ਵੀ ਰਹੇ ਨੇ ਤੇ ਵਾਅਦੇ ਵੀ ਕਰ ਰਹੇ ਨੇ ਕਿ ਜੇਕਰ ਕਿੱਕੀ ਢਿੱਲੋਂ ਦੁਆਰ ਤੋਂ ਆਉਂਦੇ ਨੇ ਤੇ ਉਹ ਵਾਅਦੇ ਪੂਰੇ ਵੀ ਹੋਣਗੇ। ਕਿੰਨੇ ਕੁ ਵਾਅਦੇ ਨੇ, ਕਿਹੋ ਜਿਹੇ ਵਾਅਦੇ ਨੇ, ਕੀ ਮੁਸੀਬਤਾਂ ਲੋਕ ਇਹਨਾਂ ਨੂੰ ਦੱਸ ਰਹੇ ਨੇ, ਇਸ ਬਾਰੇ ਖੁਦ ਸਾਡਾ ਅੱਜ ਗੱਲ ਕਰਨੀ ਮੌਜੂਦ ਨੇ ਅਮਨਜੋਤ ਕੌਰ ਢਿੱਲੋਂ। ਸੋ ਇਸ ਨਾਲ ਗੱਲਬਾਤ ਕਰ ਲੈਣੇ। ਸੋ ਅਮਨਜੋਤ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ। ਸਭ ਤੋਂ ਪਹਿਲਾ ਸਵਾਲ ਇੱਕ ਇਹੀ ਰਵਾਇਤੀ ਸਵਾਲ ਆਉਂਦਾ ਹੈ ਕਿ ਫਰੀਦਕੋਟ ਹਲਕੇ ਦੀ ਮੈਂ ਗੱਲ ਕਰਾਂ, ਵਿਧਾਨ ਸਭਾ ਹਲਕਾ ਬੜਾ ਇੱਕ ਕਿਸੇ ਟਾਈਮ ਤੇ ਮੈਂ ਗੱਲ ਕਰਾਂ ਕਿਹਾ ਜਾਂਦਾ ਸੀ ਕਿ ਇੱਥੇ ਡਿਵੈਲਪਮੈਂਟਸ ਰੈਗੂਲਰ ਨਹੀਂ ਹੋਈਆਂ ਤੇ ਹੁਣ ਡਿਵੈਲਪਮੈਂਟਸ ਦੇਖਣ ਨੂੰ ਵੀ ਮਿਲ ਰਹੀਆਂ, ਲੋਕ ਕਿਤੇ ਸਾਥ ਵੀ ਦੇ ਰਹੇ ਨੇ। ਸੋ ਕਿੱਦਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਹਾਲੇ ਤੱਕ ਲੋਕੀ ਤੁਹਾਨੂੰ ਦੇ ਰਹੇ ਨੇ, ਕਿਉਂਕਿ ਡਿਵੈਲਪਮੈਂਟ ਹੋਈ ਹੈ ਨਹੀਂ ਹੋਈ ਹੈ, ਕੀ ਕਹਿ ਰਹੇ ਨੇ ਲੋਕ? ਫਰੀਦਕੋਟ ਵਿੱਚ ਪਿਛਲੇ 50 ਸਾਲਾਂ 'ਚ ਡਿਵੈਲਪਮੈਂਟ ਤਾਂ ਕਾਫੀ ਹੋਈ ਹੈ ਜੀ। ਡਿਵੈਲਪਮੈਂਟ ਐਜ਼ ਐਨ ਇਨਫਰਾਸਟ੍ਰਕਚਰ ਸਾਡਾ ਮੇਨ ਮੁੱਦਾ ਸੀਗਾ। ਵੀ ਵਰ ਅ ਸਿਟੀ ਸੈਂਸ ਸੂਏਜ। ਸੀਵਰੇਜ ਸਾਡਾ 95% ਪਲੱਸ ਕੰਪਲੀਟ ਹੋ ਗਿਆ ਹੈ। ਉਹਦੇ ਉੱਤੇ ਇੰਟਰਲੌਕ ਟਾਈਲਿੰਗ ਤੇ ਸਾਡੀ ਸ਼ਹਿਰ ਦੀ ਸਪੈਸ਼ਲੀ ਲਾਈਟਿੰਗ ਦਾ ਬਹੁਤ ਫਰਕ ਪਿਆ ਹੈ। ਪਿੰਡਾਂ 'ਚ ਤਾਂ ਖੈਰ ਤੁਸੀਂ ਸੋਚ ਹੀ ਨਹੀਂ ਸਕਦੇ, ਨੁਹਾਰ ਹੀ ਬਦਲੀ ਗਈ ਹੈ। ਪਿੰਡ ਸਾਡੇ ਪਿੰਡਾਂ ਵਰਗੇ ਲੱਗਦੇ ਹੀ ਨਹੀਂ। ਜੇ ਤੁਸੀਂ ਤੁਰ ਫਿਰ ਕੇ ਦੇਖਿਆ ਹੋਏ ਕਿ ਕੀ ਜੀ ਨਾਲ ਵੈਸੇ ਵੀ ਆਪਣੇ ਲੈਵਲ ਤੇ ਜੇ ਤੁਸੀਂ ਕਵਰੇਜ ਕੀਤੀ ਹੈ, ਸਾਡਾ ਕੋਈ ਪਿੰਡ ਇਹੋ ਜਿਹਾ ਨਹੀਂ ਜਿਹਦਾ ਸਕੂਲ ਅਪਗ੍ਰੇਡ ਨਹੀਂ ਹੋਇਆ, ਸਮਾਰਟ ਸਕੂਲ ਨਹੀਂ ਬਣਿਆ। ਸਾਡੀ ਇੰਟਰਲੌਕ ਟਾਈਲਾਂ, ਉਹਨਾਂ ਦੇ ਛੱਪੜ ਸਾਫ਼ ਕਰਕੇ STP ਪਲਾਂਟ ਲਗਾ ਕੇ, ਕਈ ਪਿੰਡ ਤਾਂ ਸਾਡੇ ਇਹੋ ਜਿਹੇ ਹੈ ਜਿੱਥੇ ਛੱਪੜ ਹੁਣ ਲੇਕ ਹੀ ਬਣ ਗਏ, ਬੋਟਿੰਗ ਵੀ ਹੁੰਦੀ ਹੈ। ਲਾਈਟਿੰਗ, ਪਾਰਕਸ,
ਤੁਸੀਂ ਸਾਰੇ ਵੱਡੇ ਸ਼ਹਿਰਾਂ 'ਚ ਰਹਿਣ ਵਾਲੇ ਹੋ, ਚੰਡੀਗੜ੍ਹ, ਲੁਧਿਆਣਾ, ਤੁਹਾਡੇ ਪਾਰਕਸ ਸ਼ਹਿਰਾਂ ਦੇ, ਈਵਨ ਚੰਡੀਗੜ੍ਹ ਦੇ, ਸਾਡੇ ਪਿੰਡਾਂ ਦੇ ਪਾਰਕਸ ਨਾਲ ਕੰਪੈਰੀਬਲ ਹੈ, ਤੇ ਕਈ ਤਾਂ ਪਿੰਡਾਂ ਦੇ ਪਾਰਕਸ ਆ ਈਵਨ ਬੈਟਰ। ਤੇ ਜਿੱਥੇ ਗੱਲ ਹੈ ਸ਼ਹਿਰ ਦੀ, ਸ਼ਹਿਰ ਦਾ ਸੂਏਜ ਪੈਨ ਕਰਕੇ ਥੋੜਾ ਜਿਹਾ ਜਿਹੜਾ ਫੇਸ਼ੀਅਲ ਵਰਕ ਹੈ, that the look of it was delayed, ਪਰ ਕੰਮ ਬਹੁਤ ਹੋਇਆ ਹੈ, ਕਾਫੀ ਹੱਦ ਤੱਕ ਹੋਇਆ ਹੈ ਬਿਕੋਜ਼ ਆਫ ਕਰੋਨਾ ਦੀ ਮਹਾਮਾਰੀ। ਮਤਲਬ 5 ਸਾਲ ਕੰਪਲੀਟ ਨਹੀਂ ਕੰਮ ਹੋਇਆ, 4 ਸਾਲ ਹੋਇਆ, ਤੁਹਾਨੂੰ ਪਤਾ ਸਾਲ ਬੰਦ ਵੀ ਵਿੱਚੋਂ ਰਿਹਾ ਹੈ, ਬਟ ਬੜੀ ਸਪੀਡ ਤੇ ਚੱਲ ਰਿਹਾ ਹੈ, ਬਹੁਤ ਸਪੀਡ ਤੇ ਚੱਲ ਰਿਹਾ ਹੈ, ਤੇ ਡਿਵੈਲਪਮੈਂਟ ਇਜ਼ ਵੈਰੀ ਓਬਵੀਅਸਲੀ ਵਿਜ਼ੀਬਲ ਜਿਹੜਾ ਦੇਖਣਾ ਚਾਹੁੰਦਾ ਹੈ। ਤੇ ਜਿਹੜੇ ਫਰੀਦਕੋਟ ਹਲਕੇ ਦੇ ਲੋਕ ਹੈ ਉਸ ਗੱਲ ਨੂੰ ਅਪਰੀਸ਼ੀਏਟ ਵੀ ਕਰ ਰਹੇ ਨੇ, ਤੇ ਸਾਨੂੰ ਹੁੰਗਾਰਾ ਵੀ ਅੱਛਾ ਮਿਲ ਰਿਹਾ ਹੈ ਵੀ ਡਿਵੈਲਪਮੈਂਟ ਹੋਈ ਹੈ। ਇਰਰੈਲੇਵੈਂਟ ਉਹ ਕਾਂਗਰਸ ਪਾਰਟੀ ਨੂੰ, ਕਿੱਕੀ ਜੀ ਨੂੰ ਪਹਿਲਾਂ ਸਪੋਰਟ ਕਰਦੇ ਸੀ ਕਿ ਨਹੀਂ ਕਰਦੇ, ਪਰ ਮੰਨਦੇ ਸਾਰੇ ਨੇ, ਮੰਨਦੇ ਸੀ। ਕੀ ਲੱਗਦਾ ਫਿਰ ਲੋਕਾਂ ਦੀ ਸ਼ਿਕਾਇਤਾਂ, ਕਿਉਂਕਿ ਹੁਣ ਮੁੱਦੇ ਜਦੋਂ ਕੋਈ ਵੀ ਇਲੈਕਸ਼ਨਸ ਆਉਂਦੇ ਨੇ, ਕੋਈ ਵੀ ਕੋਈ ਵੀ ਚੋਣਾਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਲੋਕ ਅਕਸਰ ਮੁੱਦੇ ਆਪਣੇ ਡਿਸਕਸ ਕਰਦੇ ਆ ਆਪਣੇ ਉਮੀਦਵਾਰ ਦੇ ਨਾਲ ਕਿ ਸਾਨੂੰ ਆਹ ਪ੍ਰੋਬਲਮਸ ਹੈ। ਤੁਹਾਡੇ ਨਾਲ ਕਿਹੋ ਜਿਹੀਆਂ ਪ੍ਰੋਬਲਮਸ ਜਿਹੜੀਆਂ ਡਿਸਕਸ ਕਰਦੇ ਜਿਹੜੇ ਤੁਹਾਨੂੰ ਲੱਗਦਾ ਕਿ ਹਾਲੇ ਵੀ ਫਰੀਦਕੋਟ ਦੇ ਲੋਕਾਂ ਨੂੰ ਮਤਲਬ ਉਸ ਦਾ ਹੱਲ ਚਾਹੀਦਾ ਤੇ ਹੱਲ ਹੋਇਆ ਨਹੀਂ? ਸ਼ਿਕਾਇਤ ਐਜ਼ ਇਨ ਸ਼ਿਕਾਇਤ ਨਹੀਂ ਹੁੰਦੀ ਜੀ। ਦੇਖੋ ਜਦੋਂ ਕੰਮ ਚੱਲਦਾ ਹੈ ਨਾ, ਤੇ ਕਈ ਏਰੀਆ ਦਾ ਪਹਿਲਾਂ ਹੋ ਜਾਂਦਾ, ਕਈਆਂ ਦਾ ਇਨ ਪ੍ਰੋਸੈਸ ਹੁੰਦਾ, ਕਈਆਂ ਦੇ ਟੈਂਡਰ ਪਾਏ ਹੁੰਦੇ। ਸੋ ਉਹਨਾਂ ਨੂੰ ਜਿਹਨਾਂ ਦੇ ਹਜੇ ਰਹਿੰਦੇ ਉਹ ਥੋੜਾ ਜਿਹਾ ਫੀਲ ਕਰਦੇ ਜੀ ਸਾਡਾ ਵੀ ਬਰੋਬਰ ਜਲਦੀ ਕਰਾ ਦਿਓ। ਜਦੋਂ ਹੱਸ ਕੇ ਹੀ ਕਹਿੰਦੇ ਨੇ, ਕਹਿੰਦੇ ਪਤਾ ਤਾਂ ਸਾਨੂੰ ਵੀ ਹੈ ਜੀ ਹੋ ਜਾਣਾ ਹੈ, ਪਰ ਥੋੜਾ ਜਿਹਾ ਜਦੋਂ ਅਸੀਂ ਆਪਣੀ ਗਲੀ ਚੋਂ ਟੱਪ ਕੇ ਦੂਜੀ ਚ ਜਾਂਦੇ ਉਹ ਬੜੀ ਸਾਫ਼ ਲੱਗਦੀ ਹੈ, ਸਾਡੀ ਹਜੇ ਅੰਡਰਵੇ ਹੈ। ਮਤਲਬ ਹੱਸ ਕੇ ਕਹਿੰਦੇ ਨੇ ਕਰਾ ਦਿਓ, ਪਰ ਕਹਿੰਦੇ ਜੀ ਸਾਨੂੰ ਪਤਾ ਹੀ ਹੈ ਹੋ ਰਿਹਾ। ਹਾਂ, ਉਸ ਤੋਂ ਇਲਾਵਾ ਲੋਕਾਂ ਨੂੰ ਇਹ ਜਿਹੜੇ ਕੰਮ ਹੋਏ ਹੈ ਇਹਨਾਂ ਨਾਲ ਕੋਈ ਸ਼ਿਕਾਇਤ ਨਹੀਂ, ਇਨਫੈਕਟ ਖੁਸ਼ ਹੈ, ਤੇ ਇਸ ਕਰਕੇ ਉਮੀਦ ਬਹੁਤ ਵੱਧ ਚੁੱਕੀ ਹੈ। ਜੇ ਕਿੱਕੀ ਜੀ ਨੇ ਇਹੋ ਜਿਹੇ ਕੰਮਾਂ ਨੂੰ ਹੱਥ ਪਾਇਆ ਜਿਹੜੇ ਕੰਮ ਅੱਜ ਤਾਈਂ ਕਿਸੇ ਨੁਮਾਇੰਦੇ ਨੇ ਜਾਂ ਕਿਸੇ ਪਾਰਟੀ ਨੇ ਨਹੀਂ ਸੋਚੇ ਸੀ, ਤੇ ਆਟੋਮੈਟਿਕਲੀ ਉਮੀਦ ਵੱਧਦੀ ਹੈ। ਉਮੀਦ ਉਸੇ ਇਨਸਾਨ ਤੋਂ ਵੱਧਦੀ ਹੈ ਜਿਹਨੇ ਕੰਮ ਕੀਤੇ ਹੈ। ਇਹ ਹੁਣ ਅਗਲੀ ਉਮੀਦ, ਕਿਉਂਕਿ ਅਸੀਂ ਆਪ ਹੀ ਕਹਿੰਦੇ ਹਾਂ ਕਿ ਕਿੱਕੀ ਜੀ ਦੇ ਫਰੀਦਕੋਟ ਵਾਸਤੇ ਅਰਮਾਨ ਬਹੁਤ ਨੇ ਤੇ ਬਹੁਤ ਕੁਝ ਕਰਨਾ ਚਾਹੁੰਦੇ ਹੈ। ਸਾਡੀ ਆਪਦੀ ਪ੍ਰਪੋਜ਼ਲ ਹੈ ਕਿ ਹੁਣ ਇੰਪਲੋਇਮੈਂਟ ਜਿਹੜਾ ਬਹੁਤ ਹੀ ਵੱਡਾ ਇਸ਼ੂ ਹੈ ਸਾਡੇ ਯੂਥ ਵਿੱਚ, ਸਪੈਸ਼ਲੀ ਸਾਡੇ ਸ਼ਹਿਰ 'ਚ, ਬਿਕੋਜ਼ ਤੁਹਾਨੂੰ ਪਤਾ ਹੈ ਫਰੀਦਕੋਟ ਸ਼ਹਿਰ ਇੱਕ ਬਾਰਡਰ ਸ਼ਹਿਰ ਹੈ, ਤੇ ਇੰਡਸਟਰੀ ਤਾਂ ਸਾਡੇ ਨੇੜੇ ਤੇੜੇ ਵੀ ਨਹੀਂ। ਸੋ ਸਾਡੀ ਪ੍ਰਪੋਜ਼ਲ ਹੈ ਕਿੱਦਾਂ ਨਾ ਕਿੱਦਾਂ ਸਰਕਾਰ ਜਦੋਂ ਆਪਣੀ ਆਉਂਦੀ ਹੈ, ਲੋਕਾਂ ਦਾ ਸਾਨੂੰ ਹਮਾਇਤ ਮਿਲੇਗੀ, ਤੇ ਪਹਿਲੀ ਚੀਜ਼ ਅਸੀਂ ਇੰਪਲੋਇਮੈਂਟ ਦਾ ਜ਼ਰੀਆ ਲੱਭੀਏ। ਬਿਕੋਜ਼ ਜਿੱਥੇ ਜਾਂਦੇ ਹਾਂ, ਇੰਪਲੋਇਮੈਂਟ ਫॉर द ਯੰਗਰ ਲੋਟ ਇਜ਼ ਐਨ ਇਸ਼ੂ ਐਂਡ ਇਟ ਇਜ਼ ਡਿਸਕਸਡ। ਬਹੁਤ ਵਾਰ ਉਹਨੂੰ ਡਿਸਕਸ ਕੀਤਾ ਜਾਂਦਾ ਮੇਰੇ ਨਾਲ ਸਪੈਸ਼ਲੀ। ਕਿਉਂਕਿ ਇੰਪਲੋਇਮੈਂਟ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਕਾਂਗਰਸ ਸਰਕਾਰ 2017 ਦੇ ਵਿੱਚ ਪੰਜਾਬ 'ਚ ਬਣੀ ਸੀ, ਇੱਕ ਵੱਡਾ ਵਾਅਦਾ ਕੀਤਾ ਗਿਆ ਸੀ ਘਰ ਘਰ ਨੌਕਰੀ ਦੇਣ ਦਾ, ਨਸ਼ਾ ਖਤਮ ਕਰਨ ਦਾ। ਇਹ ਮੁੱਦੇ ਅਕਸਰ ਜਿਹੜਾ ਹੈ ਇੱਕ ਟੌਪ ਲੈਵਲ ਦੇ ਉੱਤੇ ਰਹਿੰਦੇ ਹੈ, ਖਾਸ ਕਰਕੇ ਯੂਥ ਦੇ ਲਈ, ਕਿਉਂਕਿ ਯੂਥ ਕਿਹਾ ਜਾਂਦਾ ਕਿ ਇੱਕ ਵੱਡੀ ਪਾਵਰ ਰੱਖਦਾ ਕਿਸੇ ਵੀ ਥਾਂ ਦੀ ਸੱਤਾ ਨੂੰ ਬਦਲਣ ਦੀ ਜਾਂ ਕਿਸੇ ਵੀ ਜਗ੍ਹਾ ਦੀ ਨੁਹਾਰ ਨੂੰ ਬਦਲਣ ਦੀ। ਤੁਸੀਂ ਇਦਾਂ ਦੇ ਇਹ ਮੁੱਦਿਆਂ ਨੂੰ ਕਿੱਦਾਂ ਦੇਖਦੇ ਹੋ? ਕੀ ਲੱਗਦਾ ਹੈ ਕਿ ਇਹ ਮੁੱਦੇ ਕਿਉਂ ਨਹੀਂ ਹੱਲ ਹੁੰਦੇ? ਹਰ ਇਲੈਕਸ਼ਨ ਦੇ ਵਿੱਚ ਟੌਪ ਤੇ ਇਹ ਮੁੱਦੇ ਕਿਉਂ ਰਹਿੰਦੇ ਹੈ? ਬੇਰੁਜ਼ਗਾਰੀ ਕਿਉਂ ਸਭ ਤੋਂ ਅੱਗੇ ਆਉਂਦੀ ਹੈ? ਡਰੱਗ ਦੀ ਗੱਲ ਕਿਉਂ ਅੱਗੇ ਆਉਂਦੀ ਹੈ? ਦੇਖੋ ਜੀ, ਜੇ ਮੈਂ ਕਹਾਂ ਕਿ ਕੰਪਲੀਟਲੀ ਇੰਪਲੋਇਮੈਂਟ ਨਹੀਂ ਮਿਲੀ, ਦੈਟਸ ਰੋਂਗ। ਇੰਪਲੋਇਮੈਂਟ ਬੜੀ ਮਿਲੀ ਹੈ ਸਾਡੇ ਸ਼ਹਿਰ 'ਚ ਹੀ। ਇਟਸ ਓਵਰ 600+ ਯੂਥ ਜਿਨ੍ਹਾਂ ਨੂੰ ਅਸੀਂ ਦਿੱਤੇ, ਪਿੰਡਾਂ 'ਚ ਬੜੇ ਬੱਚਿਆਂ ਨੂੰ, ਲੇਡੀਜ਼ ਨੂੰ ਇੰਪਲੋਇਮੈਂਟ ਮਿਲੀ ਹੈ। ਪਰ ਦੇਖੋ ਜੀ, ਇਹ ਤਾਂ ਪ੍ਰੋਸੈਸ ਹੈ। ਇਹ ਤਾਂ ਨਹੀਂ ਕਿ ਅਸੀਂ ਅੱਜ ਇੰਪਲੋਇਮੈਂਟ ਦੇਤੀ ਤੇ ਉਹਦੇ ਬਾਅਦ ਚੋਂ ਖਤਮ, ਲੋਕਾਂ ਨੂੰ ਚਾਹੀਦੀ ਨਹੀਂ। ਜਿੱਦਾਂ ਦੁਨੀਆ ਵੱਧਦੀ ਹੈ ਉਵੇਂ ਇੰਪਲੋਇਮੈਂਟ ਦੀ ਜ਼ਰੂਰਤਾਂ ਵੱਧਦੀਆਂ ਨੇ। ਸੋ ਇਹ ਜਿਹੜਾ ਇੱਕ ਮੁੱਦਾ, ਇਹ ਤਾਂ ਸਦਾ ਹੀ ਰਹੂਗਾ। ਜਦੋਂ ਵੀ ਤੁਸੀਂ ਫੀਲਡ ਜਾਓਗੇ ਵੋਟ ਮੰਗਣ, ਇਹ ਇੰਪਲੋਇਮੈਂਟ ਦਾ ਮੁੱਦਾ ਖਤਮ ਨਹੀਂ ਹੋਣ ਵਾਲਾ, ਨਾ ਅੱਜ ਨਾ ਕੱਲ। ਬਿਕੋਜ਼ ਜਨਰੇਸ਼ਨ ਆਫਟਰ ਜਨਰੇਸ਼ਨ ਨਵੀਂ ਪੀੜ੍ਹੀ ਆ ਜਾਂਦੀ ਹੈ, ਕ੍ਰੌਪ ਅਪ ਹੋ ਜਾਂਦੀ ਹੈ, ਉਹਨਾਂ ਦਾ ਇੱਕੋ ਇੱਕ ਫੋਕਸ ਹੁੰਦਾ ਹੈ ਕਿ ਪੜ੍ਹਾਈ ਲਿਖਾਈ ਕਰ ਲਈ, ਨਾਓ ਵਾਟ, ਅਸੀਂ ਕਿੱਥੇ ਇੰਪਲੋਏ ਹੋਵਾਂਗੇ। ਇਸ ਕਰਕੇ ਦਿਸ ਇਜ਼ ਨਾਟ ਐਨ ਇਸ਼ੂ ਐਜ਼ ਐਨ ਇਸ਼ੂ। ਇਹ ਤਾਂ ਮਤਲਬ ਬਣੀ ਆਈ ਗੱਲ ਹੈ। ਇਹ ਤਾਂ ਇੰਪਲੋਇਮੈਂਟ ਮਿਲਦੀ ਵੀ ਜਾਂਦੀ ਹੈ ਤੇ ਅੱਗੇ ਦੀ ਜ਼ਰੂਰਤ ਬਣਦੀ ਰਹਿੰਦੀ ਹੈ। ਹਾਂ, ਯੂਥ ਸੀ ਕਿ ਉਹਨਾਂ ਦੇ ਕਾਰਡ ਬਣੇ ਸੀ ਸ਼ੁਰੂਆਤ ਦੇ ਵਿੱਚ, ਇੰਪਲੋਇਮੈਂਟ ਕਾਰਡਸ ਬਣਾਏ। ਕੈਪਟਨ ਸਾਹਿਬ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਕਾਰਡਸ ਬਣਾਏ ਸੀ ਤੇ ਕਹਿੰਦੇ ਕਾਰਡਸ ਜੇਬ 'ਚ ਹੀ ਰਹਿ ਗਏ, ਇੰਪਲੋਇਮੈਂਟਸ ਜਿਹੜੀਆਂ ਨਹੀਂ ਪਹੁੰਚ ਪਈਆਂ। ਇਸ ਕਰਕੇ ਮੇਰਾ ਸਵਾਲ ਹੈ। ਕਾਫੀ ਹੱਦ ਤੱਕ ਹੋਈਆਂ ਵੀ ਨੇ ਜੀ। ਇਹਦੇ 'ਚ ਮੇਰੇ ਖਿਆਲ 'ਚ ਥੋੜੀ ਮਿਸਅੰਡਰਸਟੈਂਡਿੰਗ ਵੀ ਸ਼ਾਇਦ ਸਕੀਮ 'ਚ ਹੋ ਗਈ ਹੋਏ। ਉਹਨਾਂ ਨੇ ਸੋਚਿਆ ਸੀ when Captain Saab proposed employment, he just meant government employment. ਠੀਕ ਹੈ ਜੀ, ਨਹੀਂ, employment government ਦੇ ਦਾਇਰੇ 'ਚ ਵੀ ਬੜੀ ਹੋਈ ਸੀ ਤੇ ਪ੍ਰਾਈਵੇਟ ਦਾਇਰਿਆਂ 'ਚ ਵੀ ਬੜੇ ਪ੍ਰਪੋਜ਼ਲ ਸੀ ਜਿਹੜੇ ਯੂਥ ਨੂੰ ਆਈ ਥਿੰਕ ਐਟ ਦ ਟਾਈਮ
ਐਕਸੈਪਟੇਬਲ ਨਹੀਂ ਸੀਗੇ ਬਟ ਵੀ ਹੈਵ ਟੂ ਸਟਾਰਟ ਅੰਡਰਸਟੈਂਡਿੰਗ ਗਵਰਨਮੈਂਟ ਦੇ ਦਾਇਰੇ 'ਚ ਉਨੇ ਹੀ ਇੰਪਲੋਇਮੈਂਟ ਹੈ ਜੇ ਗਵਰਨਮੈਂਟ ਨੁਮਾਇੰਦਾ ਤੁਹਾਡੀ ਕੋਸ਼ਿਸ਼ ਕਰ ਰਿਹਾ ਸਰਕਾਰ ਦਾ ਨੁਮਾਇੰਦਾ ਤੁਹਾਨੂੰ ਪ੍ਰਾਈਵੇਟ ਦਾਇਰੇ 'ਚ ਵੀ ਇੰਪਲੋਇਮੈਂਟ ਦਿਵਾਉਣ ਦੀ ਆਈ ਥਿੰਕ ਯੂਥ ਹੈਜ਼ ਟੂ ਸਟਾਰਟ ਗੋਇੰਗ ਫॉर ਇਟ ਬਿਕਾਜ਼ ਨਹੀਂ ਤਾਂ ਐਕਸਕਿਊਜ਼ ਹੁੰਦਾ ਜੀ ਅਸੀਂ ਬਾਹਰ ਜਾ ਰਹੇ ਹਾਂ ਤੁਸੀਂ ਮੈਨੂੰ ਦੱਸੋ ਬਾਹਰ ਕਿਹੜਾ ਉੱਥੇ ਗਵਰਨਮੈਂਟ ਇੰਪਲੋਇਮੈਂਟ ਦਿੰਦੇ ਹੈ everybody starts nahi employment hui hai but like I told you it's a process it's a never ending process employment will always be an issue employment ਤਾਂ ਵੱਧ ਤੋਂ ਵੱਧ ਸਾਨੂੰ ਬਣਾਉਂਦੇ ਹੀ ਰਹਿਣਾ ਪੈਣਾ ਇਹ ਅੱਜ ਦਾ ਨਹੀਂ ਇਹ ਹਮੇਸ਼ਾ ਦਾ ਰਹਿਣਾ every election this is going to be brought up because not that it's not there but because youth wants confirmation that from parties ਕਿ ਅਸੀਂ ਉਹਨਾਂ ਬਾਰੇ ਸੋਚ ਰਹੇ ਹਾਂ ਤੇ ਵੱਧ ਕੇ ਸੋਚ ਰਹੇ ਹਾਂ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਅਸੀਂ ਉਹਨਾਂ ਨਾਲ ਵੀ ਉਸੇ ਰਫਤਾਰ ਬਾਰੇ ਗਵਰਨਮੈਂਟਸ ਨੂੰ ਸੋਚ ਰਹੀ ਹੈ ਕਿ ਨਹੀਂ ਉਹ ਸਾਨੂੰ ਰਿਮਾਈਂਡ ਕਰਦੇ ਹੈ ਪਰ ਮੈਂ ਵਾਅਦਾ ਕਰਦੀ ਹਾਂ ਕਾਂਗਰਸ ਸਰਕਾਰ ਵੀ ਤੇ ਕਿੱਕੀ ਜੀ ਵੀ ਸਪੈਸ਼ਲੀ ਅਸੀਂ ਫਰੀਦਕੋਟ ਦੀ ਯੂਥ ਵਾਸਤੇ ਇੰਪਲੋਇਮੈਂਟ ਦੇ ਸਾਡੇ ਕੋਲ ਬੜੇ ਪ੍ਰਪੋਜ਼ਲਸ ਹੈ ਜਦੋਂ ਮੈਂ ਆਪਣੀਆਂ ਮੀਟਿੰਗਸ ਕਰ ਰਹੀ ਹਾਂ ਨੁੱਕੜ ਮੀਟਿੰਗ ਕਹਿ ਲਓ ਚਾਹੇ ਵੱਡੀ ਮੀਟਿੰਗ ਕਹਿ ਲਓ ਉਹ 'ਚ ਮੈਂ ਇਹ ਗੱਲ ਜ਼ਰੂਰ ਪ੍ਰਪੋਜ਼ ਕਰਦੀ ਹਾਂ ਜੋ ਕਿੱਕੀ ਜੀ ਨੇ ਫਰੀਦਕੋਟ ਦੇ ਬੱਚਿਆਂ ਵਾਸਤੇ ਸੋਚਿਆ ਹੈ ਮੈਂ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਦੀ ਹਾਂ ਇਹ ਗੱਲ ਜੀ ਤੇ ਫਿਰ ਨਸ਼ਿਆਂ ਦੇ ਮੁੱਦੇ ਨੂੰ ਕਿੱਦਾਂ ਦੇਖਿਆ ਜਾਵੇ ਕਿਉਂਕਿ ਬਾਰਡਰ ਇਲਾਕਾ ਹੈ ਤੁਸੀਂ ਆਪ ਵੀ ਦੱਸਿਆ ਕਿ ਬਾਰਡਰ ਇਲਾਕੇ 'ਚ ਅਕਸਰ ਜਿਹੜਾ ਹੈ ਇਹ ਇੱਕ ਮੁੱਦਾ ਬਹੁਤ ਵੱਡਾ ਰਹਿੰਦਾ ਨਸ਼ਿਆਂ ਨੂੰ ਲੈ ਕੇ ਸੋ ਉਸ ਚੀਜ਼ ਨੂੰ ਕਿਸ ਤਰੀਕੇ ਰੋਕਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਜ਼ਿਆਦਾਤਰ ਅਗਰ ਪੰਜਾਬ ਦੀ ਕਿਤੇ ਨਾ ਕਿਤੇ ਕਿਹਾ ਜਾਂਦਾ ਕਿ ਬਦਨਾਮੀ ਨੂੰ ਹੀ ਲੈ ਕੇ ਚੱਲੀਏ ਪੰਜਾਬ ਨੂੰ ਕਿਤੇ ਨਾ ਕਿਤੇ ਅਗਰ ਦੱਬਿਆ ਜਾਂਦਾ ਤਾਂ ਇਸ ਕਾਰਨ ਨੂੰ ਲੈ ਕੇ ਦੱਬਿਆ ਜਾਂਦਾ Yes, you cannot deny drugs was a very very big issue in the last election ਮਤਲਬ ਸਾਨੂੰ ਪੁੱਛੋ ਸਾਨੂੰ ਤਾਂ ਤੁਰਨਾ ਮੁਸ਼ਕਿਲ ਹੋ ਜਾਂਦਾ ਸੀ ਹਰ ਗਲੀ 'ਚ ਲੇਡੀ ਸਾਡੀ ਬਾਹ ਫੜ ਕੇ ਖੜ ਜਾਂਦੀਆਂ ਸੀ ਵੀ ਆ ਜ਼ਰੂਰ ਮੁਕਾਓ ਐਦਕੀ ਵੀ ਕਿਤੇ ਕਿਤੇ ਮੇਰੇ ਨਾਲ ਲੇਡੀਜ਼ ਗੱਲ ਕਰਦੀਆਂ ਜਦੋਂ ਮੈਂ ਮੀਟਿੰਗ ਖਤਮ ਕਰਦੀ ਹਾਂ ਮੈਂ ਉਹਨਾਂ ਨੂੰ ਪੁੱਛਦੀ ਹਾਂ ਦੱਸੋ ਕੀ ਤੁਹਾਡੇ ਦਿਮਾਗ 'ਚ ਕਿਸ ਗੱਲ ਦਾ ਬੋਝ ਹੈ ਆਪਾਂ ਕੀ ਕਰੀਏ ਅੱਗੇ ਵਿੱਚੋਂ ਜਿੱਥੇ ਕਿ ਪਿਛਲੀ ਇਲੈਕਸ਼ਨ ਮੈਨੂੰ ਘੱਟੋ ਘੱਟ ਜੇ 100 ਲੇਡੀ ਜਾਂ 100 ਬੰਦਿਆਂ ਦੀ ਹੁੰਦੀ ਸੀਗੀ ਸਾਡੀ ਮੀਟਿੰਗ ਉਹਦੇ 'ਚੋਂ 80 ਉੱਚੀਆਂ ਆਵਾਜ਼ਾਂ ਡਰੱਗਸ ਦੇ ਬਾਰੇ ਬੋਲਦੇ ਸੀ ਹੁਣ ਵੀ ਬੋਲਦੇ ਆ 2 4 6 ਵੀ ਬੋਲ ਜਾਂਦੇ ਕਿਤੇ ਘਟੇ ਜ਼ਰੂਰ ਹੈ ਨੈਕਸਸ ਤੋੜਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਬਟ ਤੁਹਾਨੂੰ ਪਤਾ ਹੈ ਜਿਹੜੀ ਇੱਕ ਵਾਰ ਬਿਮਾਰੀ ਆਪਣੇ ਸੁਸਾਇਟੀ 'ਚ ਵੜ ਜੇ ਉਹਨੂੰ ਕੰਪਲੀਟਲੀ ਜੜ ਤੋਂ ਇੱਕਦਮ ਖਤਮ ਕਰਨਾ ਬੜਾ ਮੁਸ਼ਕਿਲ ਹੈ ਪਰ ਹਾਂ ਇਹ 'ਚ ਕੋਈ ਸ਼ੱਕ ਨਹੀਂ ਕਾਂਗਰਸ ਪਾਰਟੀ ਤੇ ਅਸੀਂ ਪੂਰਾ ਜ਼ੋਰ ਲਗਾਇਆ ਇਹ ਨੈਕਸਸ ਤੋੜਨ ਦਾ ਤੇ ਕਾਫੀ ਹੱਦ ਤੱਕ ਕਾਮਯਾਬੀ ਹੋਏ ਹੈ ਨਾਟ 100% ਬਟ ਯੈਸ ਕਲੋਜ਼ ਟੂ 80% ਤੁਸੀਂ ਕਾਮਯਾਬੀ ਮੰਨਦੇ ਹੋ ਕੋਈ ਮਿਸਾਲ ਇਹੋ ਜੀ ਤੁਹਾਨੂੰ ਜੇ ਫਰੀਦਕੋਟ ਦੀ ਗੱਲ ਕਰ ਰਹੇ ਹਾਂ ਪੰਜਾਬ ਦੀ ਗੱਲ ਅਸੀਂ ਲੋਕਾਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਸੀ ਜੀ ਅਸੀਂ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਨਿਡਰ ਹੋ ਕੇ ਸਾਨੂੰ ਦੱਸੋ ਤੁਹਾਨੂੰ ਕਿਸ ਇਨਸਾਨ ਤੇ ਸ਼ੱਕ ਹੈ ਕਿਸ ਨੈਕਸਸ ਤੇ ਸ਼ੱਕ ਹੈ ਕਿ ਤੁਹਾਨੂੰ ਲੱਗਦਾ ਜ਼ਰੀਆ ਹੈ ਕਿਉਂਕਿ ਅਕਸਰ ਜੇ ਅਸੀਂ ਕਿਤੇ ਪੁਲਿਸ ਨੂੰ ਕਹਿ ਕੇ ਰੇਡ ਵੀ ਕਰਵਾਉਣੀ ਹੈ ਇਸ ਗੱਲ ਨੂੰ ਫੈਸਿਲਿਟੇਟ ਵੀ ਕਰਨਾ ਹੈ ਲੋਕਾਂ ਦੀ ਸਾਨੂੰ ਕੋਆਪਰੇਸ਼ਨ ਦੀ ਬਹੁਤ ਜ਼ਰੂਰਤ ਹੈ ਬੜੀਆਂ ਥਾਵਾਂ ਤੇ ਸਾਡੇ ਨਾਲ ਲੋਕਾਂ ਨੇ ਕੋਆਪਰੇਟ ਕੀਤਾ ਛਾਪੇ ਮਾਰੇ ਗਏ ਉਹ ਲੋਕ ਅੱਜ ਜੇਲ੍ਹਾਂ 'ਚ ਹੈ ਐਂਡ ਆਈ ਐਮ ਸੇਇੰਗ ਦਿਸ ਵਿਦ ਕਨਵਿਕਸ਼ਨ ਯੂ ਕੈਨ ਗੋ ਚੈੱਕ ਵਿਦ ਦ ਪੁਲਿਸ ਡਿਪਾਰਟਮੈਂਟ ਬੜੇ ਲੋਕ ਇਹ ਜੇ ਫੜ ਕੇ ਜੇਲ੍ਹਾਂ 'ਚ ਦਿੱਤੇ ਗਏ ਨੇ ਹਜੇ ਵੀ ਸਾਨੂੰ ਪਤਾ ਲੱਗਦਾ ਹੈ ਕਈ ਵਾਰ ਜੇ ਸਾਨੂੰ ਦੱਸ ਦਿੰਦੇ ਸੀ ਲੋਕ ਵੀ ਉੱਥੇ ਹੈ ਜੀ ਢਿੱਲੋਂ ਸਾਹਿਬ ਉਹ ਵੇਚ ਰਿਹਾ ਹੈ ਤੇ ਅਸੀਂ ਪੁਲਿਸ ਟੀਮ ਨੂੰ ਜਾਂ ਸਾਡੇ ਜਿਹੜੇ ਐਸਐਸਪੀ ਸਾਹਿਬ ਹੈ ਕਿ ਜੀ ਉਹਨਾਂ ਨੂੰ ਕਹਿੰਦੇ ਸੀ ਆਪਣੀ ਟੀਮ ਭੇਜੇ ਵਿੱਚੋਂ ਹੀ ਲੋਕ ਹੁੰਦੇ ਸੀ ਕਿ ਜਿਹੜਾ ਅੱਡਾ ਹੁੰਦਾ ਸੀ ਜਿੱਥੋਂ ਮਿਲਦੇ ਸੀ ਡਰੱਗਸ ਉਹਦੇ ਨੂੰ ਇਨਫੋਰਮ ਕਰਦੇ ਸੀ ਉਹ ਛੱਡ ਕੇ ਆਪਣਾ ਅੱਡਾ ਕਲੀਅਰ ਕਰ ਦਿੰਦੇ ਸੀ ਤੁਹਾਨੂੰ ਪਤਾ ਦਿਸ ਇਜ਼ ਅ ਪਾਰਟ ਆਫ ਦ ਸਿਸਟਮ ਜੇ ਕੋਈ ਦੱਸਦਾ ਵੀ ਹੈ ਤੇ ਉਧਰੋਂ ਕੋਈ ਉਹਨਾਂ ਨੂੰ ਵੀ ਦੱਸਣ ਵਾਲਾ ਹੁੰਦਾ ਬਟ ਯੈਸ ਦਿਸ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਕੋਸ਼ਿਸ਼ ਹੈ ਤੇ ਕਿਤੇ ਨਾ ਕਿਤੇ ਡਿਪਾਰਟਮੈਂਟ ਦੇ ਹੀ ਲੋਕ ਪਾਣੀ ਫੇਰ ਦਿੰਦੇ ਸੀ ਨਾਟ ਡਿਪਾਰਟਮੈਂਟ ਯੂ نو ਜਿਹੜਾ ਅਕਸਰ ਬੱਚਾ ਲੈ ਰਿਹਾ ਹੈ ਜਾਂ ਜਿਹੜਾ ਫੈਸਿਲਿਟੇਟ ਕਰ ਰਿਹਾ ਉਹ ਡਰੱਗ ਨੂੰ ਉਹਨੂੰ ਆਬਵੀਅਸਲੀ ਉਹ ਵੀ ਬੜਾ ਕੇਅਰਫੁਲ ਹੈ ਜੇ ਕੋਈ ਗਲਤ ਕੰਮ ਕਰ ਰਿਹਾ ਮੈਨੂੰ ਲੱਗਦਾ ਜਿਹੜੇ ਗਲਤ ਕੰਮ ਕਰਦੇ ਉਹ ਉਸ ਤੋਂ ਵੀ ਜ਼ਿਆਦਾ ਤੇਜ਼ ਹੁੰਦੇ ਸਹੀ ਕੰਮ ਕਰਨ ਵਾਲੇ ਤੋਂ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਢਿੱਲੋਂ ਸਾਹਿਬ ਕੋਲ ਇਨਫੋਰਮੇਸ਼ਨ ਪਹੁੰਚ ਗਈ ਤੇ ਅੱਜ ਇੱਥੇ ਛਾਪਾ ਪੈਣ ਵਾਲਾ ਹੈ ਉਹ ਨਾਲ ਦੀ ਨਾਲ ਉਹ ਬੰਦੇ ਨੂੰ ਦੱਸ ਦਿੰਦੇ ਸੀਗੇ ਇਟਸ ਜਸਟ ਐਨ ਐਗਜ਼ਾਮਪਲ ਆਮ ਗਿਵਿੰਗ ਬੜੀਆਂ ਥਾਵਾਂ ਤੇ ਲੋਕ ਫੜੇ ਗਏ ਪਰ ਬੜੀਆਂ ਥਾਵਾਂ ਤੇ 2-3 ਵਾਰ ਵੀ ਛਾਪੇ ਮਾਰਨ ਤੇ ਨਹੀਂ ਫੜੇ ਗਏ ਬਟ ਉਹ ਹਜੇ ਵੀ ਦੇ ਆਰ ਅੰਡਰ ਸਕੈਨਰ ਜਿੱਦਣ ਉਹਨਾਂ ਤੇ ਹੱਥ ਪੈ ਗਿਆ ਉਹ ਬਚਨੇ ਨਹੀਂ ਹੈ ਠੀਕ ਹੈ ਜੀ ਇਫ ਯੂ ਸੇ ਕੋਈ ਕੋਸ਼ਿਸ਼ ਨਹੀਂ ਕੋਸ਼ਿਸ਼ ਹੈ ਤੇ ਜਾਰੀ ਵੀ ਰਹੇਗੀ ਇਹ ਨਹੀਂ ਜੀ ਇੱਕ ਦਿਨ ਫੜ ਲਏ ਤੇ ਉਹਦੇ ਬਾਅਦ ਚੋਂ ਕਿਤੇ ਭੱਜ ਹੀ ਜਾਂਦੇ ਰਿਮੈਂਬਰ
ਇਹ ਜਿਹੜਾ ਈਵਲ ਹੈ ਸੋਸਾਇਟੀ ਦਾ, ਇਹ ਬਣੀ ਆਈ ਗੱਲ ਹੈ, ਇਹ ਤਾਂ ਵਾਪਸ ਮੁੜ ਆਈ ਜਾਣਾ, ਰੀਬਾਉਂਡ ਹੋਈ ਜਾਣਾ। ਇਹਦੇ ਤੇ ਸਾਨੂੰ ਵੀ ਓਨਾ ਹੀ ਪਹਿਰਾ ਰੱਖਣਾ ਪੈਂਦਾ ਹੈ ਤੇ ਸੋਸਾਇਟੀ ਨੂੰ ਵੀ ਓਨਾ ਹੀ ਪਹਿਰਾ ਰੱਖਣਾ ਪੈਂਦਾ। ਇਸ ਕਰਕੇ ਮੈਂ ਲੋਕਾਂ ਨੂੰ ਕਹਿੰਦੀ ਹਾਂ, ਖੁੱਲ ਕੇ ਨਿਡਰ ਹੋ ਕੇ ਦੱਸਿਆ ਕਰੋ, ਠੀਕ ਹੈ। ਵੀ ਵਿਲ ਕੀਪ your information, your identity under the wraps, ਜੇ ਤੁਸੀਂ ਸਾਨੂੰ ਦੱਸੋਗੇ। ਹਾਂ, ਜਦੋਂ ਸਾਨੂੰ ਕੋਈ ਦੱਸਦਾ ਹੈ, ਜੇ ਉਹਨੂੰ ਬੰਦੇ ਨੂੰ ਨਾ ਨਾਲ ਦੀ ਨਾਲ ਫੜੇ ਵੀ ਜਾਂਦੇ, ਬੜੇ ਫੜੇ ਗਏ, ਬੜੇ ਫੜੇ ਵੀ ਗਏ। ਸੋ ਫਿਰ ਕਿੱਦਾਂ ਦੇਖਦੇ ਹੋ, ਕਿਉਂਕਿ ਹੁਣ ਅੱਗੇ ਇਲੈਕਸ਼ਨਸ ਆਉਣ ਵਾਲੀਆਂ, ਤੁਸੀਂ ਡੋਰ ਟੂ ਡੋਰ ਵੀ ਕੈਂਪੇਨ ਕਰ ਰਹੇ ਹੋ, ਲੋਕਾਂ ਨਾਲ ਜਾ ਕੇ ਵਾਰਤਾ ਕਰ ਰਹੇ ਹੋ, ਮਿਲ ਰਹੇ ਹੋ, ਗੱਲਬਾਤ ਹੋ ਰਹੀ ਹੈ ਤੁਹਾਡੀ, ਕੁਝ ਕੀ ਲੱਗਦਾ ਹੈ ਕਿ ਤੁਹਾਨੂੰ ਰੁਝਾਨ ਕਿਸ ਤਰੀਕੇ ਦਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ? ਜੇ ਮੈਂ ਇੱਥੇ ਤੁਹਾਡੇ ਫਰੀਦਕੋਟ ਹਲਕੇ ਦੀ ਗੱਲ ਕਰਾਂ, ਰੁਝਾਨ ਠੀਕ ਹੈ ਜੀ। ਇਹ ਜਦੋਂ ਮੈਂ ਕਿਤੇ ਮੀਟਿੰਗ ਰੱਖਦੀ ਹਾਂ ਜਾਂ ਮੈਂ ਜਾਣੀ ਹੈ, ਜਦੋਂ ਅਸੀਂ ਗੱਲ ਕਰਦੇ ਹਾਂ, ਦੇਖੋ ਸਾਡੇ ਕੋਲ ਤਾਂ ਗੱਲਾਂ ਕਰਨ ਨੂੰ ਬਹੁਤ ਹੈ। 5 ਸਾਲ ਕੰਮ ਬੜੇ ਹੋਏ ਹੈ। ਜਿਹੜੇ ਫਰੀਦਕੋਟ ਦੇ ਲੋਕ ਹੈ ਉਹ ਵਾਕਿਫ ਹੈ ਫਰੀਦਕੋਟ ਦੇ ਹਾਲਾਤਾਂ ਨਾਲ। ਤੇ ਬੜੀ ਵਾਰ ਜਦੋਂ ਮੈਂ ਸ਼ੁਰੂ ਕਰਦੀ ਹਾਂ, ਮੇਰੇ ਬੋਲਦੇ ਬੋਲਦੇ ਬੜੇ ਲੋਕ ਸਿਰ ਹਿਲਾਉਂਦੇ ਆ ਤੇ ਵਿੱਚੋਂ ਇੱਕ ਅੱਧਾ ਜਣਾ ਉੱਠ ਕੇ ਉਸ ਗੱਲ ਨੂੰ ਸੈਕਿੰਡ ਵੀ ਕਰਦਾ ਹੈ ਜਿਹੜੀ ਗੱਲ ਮੈਂ ਬੋਲ ਰਹੀ ਹੁੰਦੀ ਹੈ। ਇਸ ਕਰਕੇ ਮੈਨੂੰ ਹੰਗਾਰਾ ਤਾਂ ਅੱਛਾ ਲੱਗ ਰਿਹਾ। ਪੀਪਲ ਆਰ ਅਪਰੀਸ਼ੀਏਟਿੰਗ ਵਾਟ ਵਰਕ ਹੈਜ਼ ਬੀਨ ਡਨ। ਠੀਕ ਹੈ, ਜਦੋਂ ਕੰਮ ਹੁੰਦਾ ਹੈ ਉਹ ਇਨ ਪ੍ਰੋਸੈਸ ਹੁੰਦਾ ਹੈ, ਟੈਕਨੀਕੀ ਵੀ ਕੋਈ ਚੀਜ਼ਾਂ ਹੁੰਦੀਆਂ, ਟੈਕਨੀਕਲ ਫਾਲਟਸ ਹੋ ਜਾਂਦੇ ਹੈ, ਉਹ ਲੋਕ ਵਿੱਚ ਮੈਨੂੰ ਦੱਸਦੇ ਵੀ ਰਹਿੰਦੇ ਆ। ਬਟ ਉਹ ਤਾਂ ਬਣੀ ਆਈ ਗੱਲ ਹੈ ਜੀ, ਜਦੋਂ ਕੰਮ ਕਰੋਗੇ ਕੋਈ ਫਾਲਟਸ ਰਹਿ ਜਾਣਗੇ। ਜੇ ਤੁਹਾਨੂੰ ਅੱਗੋਂ ਕੋਈ ਉਸ ਗੱਲ ਦਾ ਸਵਾਲ ਕਰਦਾ ਜਾਂ ਸੁਜੈਸਟ ਕਰਦਾ ਹੈ, ਵੀ ਟੇਕ ਇਟ ਇਨ ਆ ਸਟਰਾਈਡ। ਦੇਖੋ, ਇਹ ਕੰਮ ਸੁਸਾਇਟੀ ਵਾਸਤੇ ਹੈ। ਐਂਡ ਇਫ ਦੇ ਹੈਵ ਅ ਪ੍ਰਪੋਜ਼ਲ ਔਰ ਦੇ ਹੈਵ ਅ ਸੁਜੈਸ਼ਨ, ਅਸੀਂ ਉਹਨੂੰ ਬੜੇ ਆਰਾਮ ਨਾਲ ਸੁਣਦੇ। ਢਿੱਲੋਂ ਸਾਹਿਬ ਬੜੇ ਆਰਾਮ ਨਾਲ ਸੁਣਦੇ। ਇਹ ਜਿੰਨੇ ਵੀ ਕੰਮ ਕੀਤੇ ਗਏ ਆ ਫਰੀਦਕੋਟ 'ਚ, ਇਹ ਫਰੀਦਕੋਟ ਵਾਸੀਆਂ ਦੀ ਮੰਗ ਤੇ ਜੋ ਚਾਹੁੰਦੇ ਸੀ ਉਸ ਹਿਸਾਬ ਨਾਲ ਕੀਤੇ ਗਏ। ਸੋ ਪੀਪਲ ਆਰ ਹੈਪੀ। ਤੁਸੀਂ ਇਹ ਗੱਲ ਕੀਤੀ ਹੈ ਕਿ ਫਾਲਟਸ ਰਹਿ ਜਾਂਦੇ ਆ। ਮੈਂ ਕੁਝ ਇੱਕ ਦਿਨਾਂ ਤੋਂ, ਜਦੋਂ ਮੈਂ ਇੱਥੇ ਆਉਣਾ ਸੀ ਫਰੀਦਕੋਟ ਦੇ ਵਿੱਚ, ਮੈਂ ਰਿਸਰਚ ਕਰ ਰਿਹਾ ਸੀ ਤੇ ਕੁਝ ਇੱਕ ਵੀਡੀਓਜ਼ ਮੈਨੂੰ ਦਿਖੀਆਂ ਜਿਹਦੇ ਵਿੱਚ ਐਮਐਲਏ ਕਿੱਕੀ ਦੇ ਉੱਤੇ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਕਿ ਦੇਖੋ ਜੀ, ਇਹ ਇਸ ਤਰੀਕੇ ਦੀ ਇਸ ਤਰੀਕੇ ਦੀ ਡਿਵੈਲਪਮੈਂਟ ਹੈ, ਮਤਲਬ ਟੁੱਟੀਆਂ ਸੜਕਾਂ ਦਿਖਾਈਆਂ ਜਾ ਰਹੀਆਂ ਸੀ ਵੀਡੀਓਜ਼ ਦੇ ਵਿੱਚ। ਫਿਰ ਉਸ ਤਰੀਕੇ ਉਹ ਕੀ ਹੈ? ਟੁੱਟੀਆਂ ਸੜਕਾਂ ਨਹੀਂ, ਆਈ ਵਿਲ ਕਰੈਕਟ ਯੂ, ਹੈ ਇਨਕੰਪਲੀਟ। ਨਹੀਂ, ਇਹ ਮੈਂ ਨਹੀਂ ਕਹਿ ਰਿਹਾ, ਇਹ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਜੀ। ਵੀਡੀਓ ਵਿੱਚ ਕੌਣ ਕਹਿ ਰਿਹਾ? ਵਿਰੋਧੀ ਧਿਰ। ਸੋ ਯੂ ਡੋਂਟ ਜਨਰਲਾਈਜ਼ ਇਟ ਐਂਡ ਸੇ ਲੋਕ। ਦੈਟ ਇਜ਼ ਨਾਟ ਲੋਕ, that is ਵਿਰੋਧੀ ਧਿਰ। ਤੇ ਵਿਰੋਧੀ ਧਿਰੋਂ ਇੱਕੋ ਹੀ ਹੈ। there are about 5 parties in the run right now for the election. there is only one party who has nothing to say, because ਉਸ ਤੋਂ ਪਹਿਲਾਂ ਉਹ ਰਹੇ ਨੇ ਸੱਤਾ 'ਚ। they have nothing to say, so they are making the particular videos you are talking about, and ਉਹ ਟੁੱਟੀਆਂ ਸੜਕਾਂ ਕਹਿ ਰਹੇ ਹੈ ਪਰ ਉਹ ਕੰਮ ਦਿਖਾ ਰਹੇ which are underway. let me tell you, there's a technical point. ਜਦੋਂ ਸੂਰਜ ਪੈ ਜੇ, ਇਹ sewage is not an easy thing. ਵਸੇ ਸ਼ਹਿਰ ਨੂੰ ਪੱਟਣਾ ਸੌਖਾ ਕੰਮ ਨਹੀਂ ਹੈ। 2 ਨਹੀਂ, 4 ਨਹੀਂ, 6 ਨਹੀਂ, 20 ਫੁੱਟ ਪੱਟਿਆ ਜਾਂਦਾ ਜੀ। 20 ਫੁੱਟ ਪੱਟ ਕੇ ਪਾਈਪਲਾਈਨ ਪੈਂਦੀ ਹੈ, ਮਿੱਟੀ ਪੈਂਦੀ ਹੈ। According to the technical flaw in this is, it takes 6-8 months before they make a road. ਠੀਕ ਹੈ, ਮਿੱਟੀ ਪੈ ਗਈ, 6-8 ਮਹੀਨੇ ਜਦੋਂ ਮਿੱਟੀ ਪਈ ਹੈ, ਇੰਟਰਲੌਕ ਟਾਈਲਿੰਗ ਜਾਂ ਸੜਕ ਪੱਕੀ ਨਹੀਂ ਹੋਈ, it takes that time ਨਾ। ਉਹੋ ਜੀ ਸੜਕ ਤੇ ਚਲੇ ਜਾਂਦੇ। ਜਿਹੜੀ ਨਾਲ ਵਾਲੀ ਗਲੀ ਪੱਕੀ ਹੈ ਬਣੀ, ਉਹ ਤੇ ਨਹੀਂ ਦਿਖਾਉਂਦੇ, ਸਾਈਡ ਤੇ ਦਿਖਾਉਂਦੇ। ਦੈਟ ਇਜ਼ ਦੇ ਵਾਇਆ ਮੀਡੀਆ। ਦੇਖੋ, ਜਦੋਂ ਤੁਹਾਡੇ ਕੋਲ ਕੋਈ ਮੁੱਦਾ ਹੀ ਹੋਣਾ ਨਹੀਂ ਤਾਂ ਤੁਸੀਂ ਤਾਂ ਬਾਕੀਆਂ ਦੇ ਚ ਕਸੂਰ ਹੀ ਲੱਭਣੇ ਨੇ। ਸੋ ਆਮ ਗੋਇੰਗ ਟੂ ਕਰੈਕਟ ਯੂ ਹੇਅਰ, ਨਾਟ ਟੁੱਟੀ ਸੜਕ, ਇਨਕੰਪਲੀਟ, ਅੰਡਰਵੇ। ਦੈਟ ਇਜ਼ ਦ ਵਰਡ, ਨਾਟ ਟੁੱਟੀ ਸੜਕ। ਫਿਰ ਕਿਹਨੂੰ ਅਸਲ 'ਚ ਤੁਸੀਂ ਫਿਰ ਕਿਹਨੂੰ ਵਿਰੋਧੀ ਮੰਨਦੇ ਹੋ? ਤੁਹਾਨੂੰ ਕੀ ਲੱਗਦਾ? ਕਿਉਂਕਿ ਹੁਣ 5 ਪਾਰਟੀਆਂ ਤੁਸੀਂ ਜ਼ਿਕਰ ਤਾਂ ਕਰ ਹੀ ਲਿਆ, 5 ਪਾਰਟੀਆਂ ਹੋ ਚੁੱਕੀਆਂ ਨੇ। ਭਾਜਪਾ ਹੁਣ ਅੱਡ ਹੋ ਗਿਆ, ਸ਼੍ਰੋਮਣੀ ਅਕਾਲੀ ਦਲ ਅੱਡ ਹੈ, ਆਮ ਆਦਮੀ ਪਾਰਟੀ ਅਲੱਗ ਹੈ, ਕਿਸਾਨ ਵੀ ਮੈਦਾਨ 'ਚ ਉਤਰ ਆਏ ਨੇ। ਹੁਣ ਕਾਂਗਰਸ ਤੇ ਤੁਹਾਨੂੰ ਕੀ ਲੱਗਦਾ ਫਿਰ ਕੰਪੀਟੀਸ਼ਨ 'ਚ ਕੌਣ ਹੈ ਜਿਹਨੂੰ ਇਸ ਵੇਲੇ, ਜਿਹਨੂੰ ਕਹਿ ਸਕਦੇ ਕਿ ਟੱਕਰ ਮੰਨਿਆ ਜਾ ਸਕਦਾ? ਦੇਖੋ ਜੀ, ਡੈਮੋਕ੍ਰੇਸੀ ਹੈ, ਐਵਰੀਬਡੀ ਹੈਜ਼ ਅ ਰਾਈਟ ਟੂ ਪੁੱਟ ਦੇ ਪੁਆਇੰਟ ਅਕ੍ਰੋਸ। ਬਰੋਬਰ ਦੀਆਂ ਪਾਰਟੀਆਂ ਨੇ। ਅਕਸਰ ਜੇ ਕਿਸਾਨ ਵੀ ਆਏ ਹੈ, they had a reason to come in. ਠੀਕ ਹੈ, BJP is in the center. Akali Dal has had the best share to govern the state. ਤੇ ਉਹਨਾਂ ਦੀ ਕਾਰਗੁਜ਼ਾਰੀ ਸਾਰਿਆਂ ਦੇ ਸਾਹਮਣੇ ਹੈ। ਠੀਕ ਹੈ, ਆਮ ਆਦਮੀ came into the fray last election. They are still there. And of course, Congress, which has been there for the last 5 years, is in the fray. Everybody has a point. ਇਹ ਤਾਂ ਲੋਕਾਂ ਨੇ ਦੇਖਣਾ ਹੈ। ਮੈਂ ਤਾਂ ਅਕਸਰ ਇਹੀ ਗੁਜ਼ਾਰਿਸ਼ ਕਰਦੀ ਹਾਂ, ਆਪਣੇ ਕੈਂਡੀਡੇਟਸ ਨੂੰ ਤੋਲ ਕੇ, ਨਾਪ ਤੋਲ ਕੇ ਤੁਸੀਂ ਵੋਟ ਪਾਉਣੀ ਹੈ।
ਪੋਲੀਟੀਕਲ ਆਈਡੀਓਲੋਜੀਜ਼ ਹਰ ਇਨਸਾਨ ਦੀਆਂ ਹੁੰਦੀਆਂ, ਬਟ ਕਈ ਵਾਰ ਆਪਾਂ ਨੂੰ ਆਪਣੀ ਪੋਲੀਟੀਕਲ ਆਈਡੀਓਲੋਜੀ ਤੋਂ ਉੱਤੇ ਉੱਠ ਕੇ ਜੋ ਤੁਹਾਡੇ ਸ਼ਹਿਰ ਨੂੰ, ਤੁਹਾਡੇ ਹਲਕੇ ਨੂੰ ਸੂਟ ਕਰਦਾ, ਯੂ ਹੈਵ ਟੂ ਚੂਜ਼ ਦੈਟ ਕੈਂਡੀਡੇਟ, ਐਂਡ ਆਈ ਥਿੰਕ ਇਨ ਦੈਟ ਰੇਸ ਕਿੱਕੀ ਜੀ ਵਿਨਸ ਹੈਂਡਸ ਡਾਊਨ। ਗੱਲ ਕਰਾਂ ਮੈਂ ਇੱਕ ਵਿਰੋਧੀ ਧਿਰਾਂ, ਤੁਸੀਂ ਵਿਰੋਧੀ ਧਿਰ ਦੀ ਗੱਲ ਕੀਤੀ ਸੀ, ਵਿਰੋਧੀ ਧਿਰਾਂ ਦੇ ਅਕਸਰ ਇਲਜ਼ਾਮ ਇਹ ਹੁੰਦੇ ਨੇ ਕਿ ਕੋਈ ਵੀ ਸਰਕਾਰ, ਮੈਂ ਤੁਹਾਡੀ ਮਤਲਬ ਕਾਂਗਰਸ ਦੀ ਗੱਲ ਨਹੀਂ ਕਰ ਰਿਹਾ, ਕੋਈ ਵੀ ਸਰਕਾਰ ਹੋਵੇ, ਹਰ ਵਿਰੋਧੀ ਧਿਰ ਇਹ ਗੱਲ ਕਹਿੰਦੇ ਕਿ ਜਦੋਂ ਅਖੀਰਲਾ ਸਮਾਂ ਆਉਂਦਾ ਇਲੈਕਸ਼ਨਸ ਤੋਂ ਪਹਿਲਾਂ ਦਾ, ਉਦੋਂ ਹੀ ਜਿਹੜਾ ਕੰਮ ਕਰਾਏ ਜਾਂਦੇ ਨੇ, ਉਦੋਂ ਹੀ ਡਿਵੈਲਪਮੈਂਟਸ ਕੀਤੀਆਂ ਜਾਂਦੀਆਂ ਨੇ, ਉਦੋਂ ਹੀ ਸੜਕਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਜੇ ਮੈਂ ਗੱਲ ਕਰਾਂ ਹੁਣ ਇੱਥੇ ਦੀ ਵੀ, ਮੈਂ ਫਰੀਦਕੋਟ ਦੀ ਵੀ ਗੱਲ ਕਰਾਂ, ਇਹੀ ਚੀਜ਼ਾਂ ਇੱਥੇ ਵੀ ਸਾਹਮਣੇ ਆ ਰਹੀਆਂ ਨੇ, ਵਿਰੋਧੀ ਧਿਰਾਂ ਇਹ ਕਹਿ ਰਹੀਆਂ ਨੇ, ਉਹ ਗੱਲ ਕਰਦੇ ਨੇ ਕਿ ਪਿਛਲੇ 4.5 ਸਾਲ, ਤੁਸੀਂ 100 ਦਿਨ ਦੀ ਗੱਲ ਕਰਦੀ ਕਾਂਗਰਸ ਪਾਰਟੀ, ਕਾਂਗਰਸ ਸਰਕਾਰ 101 ਦਿਨਾਂ ਦੀ ਗੱਲ ਕਰਦੀ ਹੈ, 110 ਦਿਨਾਂ ਦੀ ਗੱਲ ਕਰਦੀ ਹੈ, ਉਹ ਕਹਿੰਦੇ ਪਿਛਲੇ 4.5 ਸਾਲ ਦਾ ਹਿਸਾਬ ਕੌਣ ਦਊਗਾ? ਬਿਲਕੁਲ ਅਸੀਂ ਦੇਵਾਂਗੇ, ਫਰੀਦਕੋਟ ਦੇ ਨੁਮਾਇੰਦੇ ਹੈ। ਫਰੀਦਕੋਟ ਇੱਕ ਦਿਨ ਵੀ ਕੰਮ ਨਹੀਂ ਖਤਮ ਹੋਇਆ ਜਾਂ ਨਹੀਂ ਚੱਲਿਆ, ਠੀਕ ਹੈ ਜੀ। Work, development work, infrastructure work has been on since 2017 March. ਇਹਦੇ 'ਚ ਕੋਈ ਸ਼ੱਕ ਨਹੀਂ, ਹਿਸਾਬ ਅਸੀਂ ਦੇਣਾ ਹੈ, ਲੋਕਾਂ ਨੂੰ ਪਤਾ ਹੈ। This has not happened overnight. Yes, ਜਦੋਂ ਪਿਛਲੇ 3 ਮਹੀਨਿਆਂ ਦੀ ਗੱਲ ਕਰਦੇ ਹੈ ਕਾਂਗਰਸ ਪਾਰਟੀ, because we had a change in the chief minister and rightly so. ਕੁਝ changes ਸਾਡੇ ਮੌਜੂਦਾ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹੇ ਲਿਆਂਦੇ ਸੀ which were alarming, which ਪੰਜਾਬ needed. That is the reason chief minister was changed. ਠੀਕ ਹੈ ਜੀ, ਉਹ ਜ਼ਰੂਰਤਾਂ ਸੀ ਪੰਜਾਬ ਦੀਆਂ। ਲੋਕ ਸਾਡੇ ਪਿਛਲੇ ਚੀਫ ਮਿਨਿਸਟਰ ਸਾਹਿਬ ਤੋਂ ਨਾ ਖੁਸ਼ ਸੀ, ਪਰ ਸਾਡੇ ਹਾਈ ਕਮਾਂਡ ਨੇ ਉਹ ਗੱਲ ਨੂੰ ਸਮਝੀ ਤੇ ਹਿੰਮਤ ਕੀਤੀ। ਬੜੀਆਂ ਪਾਰਟੀਆਂ ਨੇ ਜੀ, ਦੇ ਆਰ ਇਨ ਦ ਫਰੇ ਸਟਿਲ, ਉਹਨਾਂ ਦੇ ਲੀਡਰ ਤੋਂ ਇਹੋ ਜਿਹੀਆਂ ਕਤਾਈਆਂ ਹੋਈਆਂ, ਹਿੰਮਤ ਨਹੀਂ ਹੋਈ ਉਹਨਾਂ ਦੇ ਲੀਡਰ ਬਦਲਣ ਦੀ। ਠੀਕ ਹੈ, ਰੁਲਦੇ ਖੁਲਦੇ ਫਾਦਰ ਤੋਂ ਬੇਟਾ, ਬੇਟੇ ਤੋਂ ਸਾਲਾ ਇੱਕ ਦੂਜੇ ਨੂੰ ਪ੍ਰਪੋਜ਼ ਕਰ ਦਿੰਦੇ, ਪਰ ਲੀਡਰ ਨਹੀਂ ਬਦਲਦੇ। ਇੱਕ ਹੋਰ ਪਾਰਟੀ ਹੈ which has been in the fray now. They have given a leader which I'm sorry to say ਪੰਜਾਬ ਸਮਝਦਾ ਹੈ। ਸਾਨੂੰ ਇੱਕ ਪੜ੍ਹਿਆ ਲਿਖਿਆ ਲੀਡਰ ਚਾਹੀਦਾ, ਚੰਨੀ ਸਾਹਿਬ ਵਰਗਾ। ਠੀਕ ਹੈ, 3 months ਕਿਉਂ ਕਾਂਗਰਸ ਬਾਰ-ਬਾਰ ਗੱਲ ਕਰਦੀ ਹੈ? ਬਿਕੋਜ਼ ਕੁਝ ਐਸੇ ਫੈਸਲੇ ਸੀ ਜਿਹੜੇ ਪਹਿਲਾਂ ਵੀ ਹੋ ਜਾਣੇ ਚਾਹੀਦੇ ਸੀ। ਮੈਂ ਇਹ ਨਹੀਂ ਕਹਿੰਦੀ ਪਹਿਲਾਂ ਕੰਮ ਨਹੀਂ ਹੋਏ, work was happening, but there were some implementations which the government could have done earlier, but ਸਾਡੇ present chief minister ਸਾਹਿਬ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕੀਤੇ ਨੇ, and those were life changing for a lot of people of Punjab. ਤੇ ਇਸ ਕਰਕੇ we like to stress on those, because ਸਾਨੂੰ ਪਤਾ ਹੈ ਸਾਡੇ ਆਉਣ ਵਾਲੇ ਮੁੱਖ ਮੰਤਰੀ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਗੇ। ਲੋਕਾਂ ਨੂੰ ਉਹਨਾਂ ਤੋਂ ਬਹੁਤ ਆਸਾਂ ਨੇ, ਤੁਹਾਨੂੰ ਪਤਾ ਹੈ all over ਸਰਵੇਜ਼ ਹੋ ਰਹੇ ਨੇ। he is still coming as the strongest candidate for Punjab as the chief minister. ਤੇ ਇਸ ਕਰਕੇ ਜਦੋਂ ਕਾਂਗਰਸ ਪਾਰਟੀ ਉਹਨਾਂ ਬਾਰੇ ਜਾਂ 3 ਮਹੀਨੇ ਬਾਰੇ ਗੱਲ ਕਰਦੀ, this is what it means. ਫਿਰ ਕੈਪਟਨ ਸਾਹਿਬ ਨੇ ਤਾਂ ਹੁਣ ਭਾਜਪਾ ਨਾਲ ਹੱਥ ਮਿਲਾ ਲਿਆ, ਫਿਰ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਹੱਥ ਮਿਲਾਇਆ ਕਿਤੇ ਕੰਮ ਆਊ ਪੰਜਾਬ ਲਈ? That's really his wish ji. He's been chief minister for 4.5 years. It was his call to leave the party. I don't think I'm anybody to say anything on that. It was his call. I don't think ਭਾਜਪਾ ਦੀ ਤੁਹਾਨੂੰ ਪਤਾ ਹੈ ਕੀ ਹਾਲਾਤ ਹੈ ਪੰਜਾਬ ਵਿੱਚ। It's unacceptable at the moment. ਠੀਕ ਹੈ ਜੀ, because of what happened with the Kisans. But let's see. Let's wait and watch. Let's. ਇੱਕ ਆਖਰੀ ਸਵਾਲ, ਕਿਉਂਕਿ ਇਹ ਸਵਾਲ ਅਕਸਰ ਜਿਹੜਾ ਦੇਖਣ ਨੂੰ ਮਿਲਦਾ, ਕਾਂਗਰਸ ਪਾਰਟੀ ਦੇ ਵਿੱਚ ਕਹਿੰਦੇ ਆਪਸ 'ਚ ਏਕਾ ਨਹੀਂ ਹੈਗਾ, ਆਪਸ 'ਚ ਏਕਾ ਨਹੀਂ ਰਿਹਾ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਬਿਲਕੁਲ ਵੀ ਨਹੀਂ ਜੀ ਏਕਾ। I don't see any reason. ਕਾਂਗਰਸ ਪਾਰਟੀ 'ਚ yes, it's a democratic setup. It's not a private limited family run company. ਇੱਥੇ ਖੁੱਲ ਕੇ ਗੱਲ ਕਰਦੇ ਨੇ ਸਾਰੇ, ਠੀਕ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਜਿਹੜੀ ਗੱਲ ਹੈ ਆਪਸ ਵਿੱਚ ਉਹਨੂੰ ਡੈਮੋਕ੍ਰੈਟਿਕਲੀ ਹੈਂਡਲ ਕੀਤਾ ਜਾਏਗਾ, ਨਾ ਕਿ ਕਿ ਦਬਾਇਆ ਜਾਏਗਾ। ਸੋ ਐਵਰੀਬਡੀ ਫੀਲਸ ਕੌਨਫੀਡੈਂਟ ਵੀ ਜੇ ਸਾਨੂੰ ਕੋਈ ਚੀਜ਼ ਗਲਤ ਲੱਗਦੀ ਹੈ ਖੁੱਲ ਕੇ ਕਹਿ ਦਿੰਦੇ। That is the difference between a private limited family run company and Congress party. ਕਹਿਣ ਦਾ ਮਤਲਬ ਹੈ ਕਿ ਖੋਲ ਕੇ ਜਿਹੜੀ ਤਾਕਤ ਦਿੰਦੇ। ਹਾਂ, there is nothing wrong ਜੇ ਤੁਹਾਨੂੰ ਕੋਈ ਚੀਜ਼ ਨਹੀਂ ਅੱਛੀ ਲੱਗਦੀ ਤੇ ਤੁਸੀਂ ਉਹਦੇ ਬਾਰੇ ਗੱਲ ਕਰੋ। I don't think there's any, it's healthy. In fact, it's healthy for the party. It's healthy. ਸੋ ਇਸ ਸਾਡੇ ਨਾਲ ਅਮਰਜੋਤ ਕੌਰ ਢਿੱਲੋਂ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਫਰੀਦਕੋਟ ਦੇ ਲੋਕ ਇਸ ਵੇਲੇ ਕਿੱਕੀ ਢਿੱਲੋਂ ਦਾ ਸਾਥ ਦੇ ਰਹੇ ਨੇ, ਜਦੋਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਕੀ ਉਹਨਾਂ ਦੀ ਦਿੱਕਤਾਂ ਨੇ। ਹਾਲਾਂਕਿ ਜਿਹੜੇ ਵੱਡੇ ਮੁੱਦੇ ਹੁੰਦੇ ਨੇ ਬੇਰੁਜ਼ਗਾਰੀ ਦਾ ਜਾਂ ਫਿਰ ਨਸ਼ਿਆਂ ਦਾ ਮੁੱਦੇ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਉੱਤੇ ਇਹਨਾਂ ਦਾ ਕਹਿਣਾ ਕਿ ਅਸੀਂ ਕੰਮ ਕਰ ਰਹੇ ਹਾਂ, ਪਰ ਆਉਂਦੇ ਸਮੇਂ 'ਚ ਦੇਖਣਾ ਇਹ ਹੋਏਗਾ ਕਿ ਲੋਕ ਫਰੀਦਕੋਟ ਦੇ ਵਿੱਚ 2022 ਦੇ ਵਿੱਚ ਕਿਹਨੂੰ ਜਿਹੜੀ ਜ਼ਿੰਮੇਵਾਰੀ ਦੇਣਗੇ, ਕੀ ਉਹ ਕਿੱਕੀ ਢਿੱਲੋਂ ਹੋਣਗੇ ਜਾਂ ਫਿਰ ਕੋਈ ਹੋਰ ਉਮੀਦਵਾਰ ਹੋਏਗਾ ਜਿਸ ਤੇ ਫਰੀਦਕੋਟ ਦੇ ਲੋਕ ਭਰੋਸਾ ਕਰਨਗੇ। ਕੈਮਰਾ ਪਰਸਨ ਕਮਲ ਦੇ ਨਾਲ ਸਾਹਿਲ ਰੁਲਾ, ਸਕਾਈ ਨਿਊਜ਼ ਪੰਜਾਬ, ਫਰੀਦਕੋਟ।